ਸ਼ਲੋਕ ਮਹਲਾ ਤੀਜਾ। ਬਿਨ ਸਤਿਗੁਰ ਸੇਵੈ ਜੀ ਕੇ ਬੰਦਨਾ, ਵਿੱਚ ਹੋਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੈ ਠੋਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਏ। ਬਿਨ ਸਤਿਗੁਰ ਸੇਵੈ ਜੀ ਕੇ ਬੰਦਨਾ, ਵਿੱਚ ਹੋਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੈ ਠੋਰ ਨਾ ਪਾਵਹੀ, ਮਰ ਜੰਮਹਿ ਆਵੈ ਜਾਏ। ਬਿਨ ਸਤਿਗੁਰ ਸੇਵੈ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਨਾਨਕ ਬਿਨ ਸਤਿਗੁਰ ਸੇਵੈ, ਜੰਪੁਰ ਬੱਧੇ ਮਾਰੀਅਣ। ਮੋਹ ਕਾਲੈ ਉਠ ਜਾਹੇ ਮਹਿਲਾ ਪਹਿਲਾ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੈ। ਪੌੜੀ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ, ਤਾਂ ਲਾਜ ਮਰਾਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਆਂਦਿਨ ਹਿਰਦੈ ਹਰਿ ਨਾਮ ਧਿਆਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਵਿਟੋਂ ਵਾਰਿਆ, ਜਿਨ ਆਂਦਿਨ ਹਿਰਦੈ ਹਰਿ ਨਾਮ ਧਿਆਈਐ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਰਸਨਾ ਪਵਿੱਤਰ ਕਰਨੀ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇੰਡੀਆ ਦੇ ਟਾਈਮ ਦੇ ਮੁਤਾਬਕ ਸਵੇਰੇ 4:30 ਵਜੇ ਹੁਕਮਨਾਮਾ ਹਰਿਮੰਦਰ ਸਾਹਿਬ ਤੋਂ ਪੜ੍ਹਿਆ ਗਿਆ। ਸਤਿਗੁਰਾਂ ਨੇ ਸਾਰੇ ਜਗਤ ਨੂੰ ਉਪਦੇਸ਼ ਦਿੱਤਾ ਹੈ, ਕਿਉਂਕਿ ਉਪਦੇਸ਼ ਕੋਈ ਖਾਸ ਜਾਤੀ ਜਾਂ ਖਾਸ ਦੇਸ਼ ਦੇ ਬੰਦੇ ਜਾਂ ਕੁੱਲ ਦੇ ਬੰਦੇ ਉਹਨਾਂ ਵਾਸਤੇ ਨਹੀਂ, ਸਾਰਿਆਂ ਵਾਸਤੇ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚੌਹ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੇ ਸੋ, ਕਲ ਮੈਂ ਨਾਨਕ ਘਟ ਘਟ ਮਾਂਝਾ। ਤੇ ਗੁਰੂ ਮਹਾਰਾਜ ਕਿਰਪਾ ਕਰਨ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹੋਮੈ ਕਰਮ ਕਮਾਏ। ਬਿਨਾਂ ਸਤਿਗੁਰ ਦੀ ਸੇਵਾ ਕੀਤਿਆਂ, ਭਾਵ ਸਤਿਗੁਰ ਦਾ ਹੁਕਮ ਮੰਨਿਆ, ਜਿਹੜਾ ਜੀ ਹੈ, ਆਤਮਾ, ਉਹ ਬੰਧਨਾਂ ਦੇ ਵਿੱਚ ਫਸ ਜਾਂਦੀ ਹੈ। ਜੀ ਬੰਧਨਾਂ ਦੇ ਵਿੱਚ ਫਸਦੀ ਹੈ ਤੇ ਪਤਾ ਨਹੀਂ ਲੱਗਦਾ, ਕਿਉਂਕਿ ਸਾਡਾ ਮਨ ਕਈ ਜਨਮਾਂ ਤੋਂ ਸੁੱਤੇ ਸੁੱਤੇ ਹੀ ਕੰਮ ਕਰੀ ਜਾਂਦਾ। ਸਾਧ ਸੰਗਤ ਜੀ, ਇੱਕ ਛੋਟਾ ਬੱਚਾ ਸੀ, ਉਹਨੂੰ ਕਿਡਨੈਪ ਕੀਤਾ ਗਿਆ ਛੋਟੇ ਹੁੰਦਿਆਂ, ਤੇ ਉਹਨੂੰ ਇੱਕ ਸਲੇਵ ਦੀ ਤਰ੍ਹਾਂ ਉਹਨੂੰ ਰੱਖਿਆ ਗਿਆ 25 ਸਾਲ। 25 ਸਾਲ ਦੇ ਬਾਅਦ ਉਹਨੂੰ ਪਤਾ ਲੱਗਾ ਵੀ ਮੇਰੇ ਮਾਂ-ਪਿਓ ਜਿਹੜੇ ਅਸਲੀ ਹੈ ਉਹ ਕਿਸੇ ਦੂਜੇ ਟਾਊਨ 'ਚ ਰਹਿੰਦੇ ਆ, ਤੇ ਗੌਰਮੈਂਟ ਨੇ ਉਹਨੂੰ ਚੋਇਸ ਦਿੱਤੀ ਵੀ ਤੂੰ ਆਪਣੇ ਹੁਣ ਮਾਂ-ਪਿਓ ਕੋਲ ਚਲਾ ਜਾ,
ਉਹ ਕਹਿੰਦਾ ਨਹੀਂ, ਮੈਨੂੰ ਗੁਲਾਮੀ ਚੰਗੀ ਲੱਗਦੀ ਆ। ਮਨ ਸੁੱਤਾ, ਸੌਂ ਗਿਆ, ਆਦੀ ਹੋ ਗਿਆ ਗੁਲਾਮੀ ਦਾ, ਗੁਲਾਮੀ ਕਰਨ ਦਾ ਆਦੀ ਹੋ ਗਿਆ ਮਨ। ਐਸੇ ਤਰ੍ਹਾਂ ਸਾਡਾ ਮਨ ਮਾਇਆ ਦੇ ਵਿੱਚ ਇੰਨਾ ਖੁੱਭਾ, ਜਦੋਂ ਸਤਿਗੁਰੂ ਜੀ ਆਵਾਜ਼ ਮਾਰਦੇ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਮਨ ਨਹੀਂ ਉੱਠਦਾ, ਸੁੱਤਾ ਹੁੰਦਾ। ਗੁਰੂ ਮਹਾਰਾਜ ਕਹਿੰਦੇ ਕਿਹਨਾਂ ਨੇ ਸੇਵਾ ਕੀਤੀ ਹੈ? ਸਤਿਗੁਰੂ ਦੇ ਦਰਬਾਰ ਦੇ ਵਿੱਚ ਤੇ ਬਹੁਤ ਆਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਣੀ। 2 ਵਾਰੀ ਸਤ ਯੂਜ਼ ਕੀਤਾ ਮਹਾਰਾਜ ਨੇ। ਸਤ ਸ਼ਬਦ ਦਾ ਪ੍ਰਯੋਗ 2 ਵਾਰੀ ਕੀਤਾ। ਭਈ ਹੋ ਸਕਦਾ ਪਹਿਲੀ ਵਾਰੀ ਧਿਆਨ ਨਾ ਹੋਏ। ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਸਤ ਸਤ ਕਰਕੇ ਮੰਨੀ ਆ, ਉਹਨਾਂ ਦਾ ਆਣਾ ਗੁਰਦੁਆਰੇ ਪ੍ਰਵਾਨ ਹੈ, ਉਹਨਾਂ ਦੀ ਬਾਣੀ ਸੁਣੀ ਪ੍ਰਵਾਨ ਹੈ, ਉਹਨਾਂ ਦੀ ਬਾਣੀ ਕਹੀ ਪ੍ਰਵਾਨ ਹੈ। ਸਤਿਗੁਰੂ ਕੌਣ ਆ? ਕਿਉਂਕਿ ਹੁਣ ਭੁਲੇਖੇ ਬਹੁਤ ਪਏ ਹੋਏ ਆ। ਕੋਈ ਬਿਆਸ ਦੇ ਕੰਢੇ ਤੇ ਆਪਣੇ ਆਪ ਨੂੰ ਸਤਿਗੁਰੂ ਕਹਾਉਂਦਾ, ਕੋਈ ਸਰਸਾ ਦੇ ਕੰਢੇ ਤੇ ਬੈਠਾ। ਮਹਾਰਾਜ ਕਹਿੰਦੇ ਨੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣ ਗਾਓ। ਉਹ ਸਤਿਗੁਰੂ ਹੈ ਜਿਹਨੇ ਉਸ ਸਤਿਪੁਰਖ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ। ਜਿਹੜੇ ਵੀ ਸਤਿਗੁਰੂ ਕੋਲੋਂ ਆਉਂਦੇ ਨੇ, ਸਤਿਗੁਰੂ ਕਦੇ ਵੀ ਆਪਣੇ ਪਿੱਛੇ ਉਹਨਾਂ ਨੂੰ ਨਹੀਂ ਲਾਉਂਦਾ। ਸਤਿਗੁਰੂ ਦਾ ਕੰਮ ਹੈ ਵਿਚੋਲਾ ਹੋਣਾ। ਉਹ ਉਹਨਾਂ ਨੂੰ ਵਾਹਿਗੁਰੂ ਦੇ ਗੁਣ ਗਵਾਉਂਦਾ। ਦੇਖੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੀ ਵੀ ਕਿਸੇ ਨੂੰ ਨਹੀਂ ਕਿਹਾ ਭਾਈ ਮੇਰੇ ਪਿੱਛੇ ਲੱਗੋ। ਉਹਨਾਂ ਨੇ ਹਮੇਸ਼ਾ ਕਿਹਾ ਹੋ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। ਹੇ ਵਾਹਿਗੁਰੂ ਮੈਂ ਤੇਰਾ ਢਾਡੀ ਆ, ਆਪਣੇ ਢਿੱਡ ਨੂੰ ਮਾਰ ਮਾਰ ਕੇ ਤੇਰਾ ਗੁਣ ਗਾਉਣਾ। ਭਾਵੇਂ ਦੁੱਖ ਹੋਏ ਤਾਂ ਵੀ ਗੁਣ ਗਾਉਣਾ, ਜੇ ਸੁੱਖ ਦਿਨਾ ਤਾਂ ਵੀ ਤੇਰੇ ਗੁਣ ਗਾਉਣਾ। ਪਰ ਮੇਰੀ ਜਾਤੀ ਨੀਚੀ ਆ। ਸਾਧ ਸੰਗਤ ਜੀ, ਜਾਤ ਦਾ ਸੰਬੰਧ ਬਲੱਡ ਰਿਲੇਸ਼ਨ ਨਾਲ ਨਹੀਂ ਹੈਗਾ, ਕੁਲ ਦੇ ਨਾਲ ਨਹੀਂ ਹੈਗਾ। ਜਾਤੀ ਉਹਨਾਂ ਦੀ ਮਾੜੀ ਆ ਜਿਹੜੇ ਨੀਵਾਂ ਸੋਚਦੇ ਆ, ਜਿਹੜੇ ਸਤਿਗੁਰ ਦਾ ਹੁਕਮ ਨਹੀਂ ਮੰਨਦੇ, ਉਹ ਨੀਚ ਜਾਤ। ਹੋ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏ ਦੇ। 3 ਮੰਗਾਂ ਜੇ ਤੁਝੇ ਤੇ ਆਏਂਦੇ। ਇਹ ਮੇਰੇ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਮੈਂ ਉਹਨਾਂ ਦੀ ਧੂੜ ਮੰਗਦਾ ਜਿਹੜੇ ਤੇਰੀ ਸੇਵਾ ਕਰਦੇ ਆ, ਤੇਰੇ ਜਿਹੜੇ ਤੈਨੂੰ ਯਾਦ ਕਰਦੇ ਨੇ। ਸੋ ਸਤਿਗੁਰ ਦਾ ਕਨਸੈਪਟ ਬਹੁਤ ਕਲੀਅਰ ਆ ਵੀ ਜਿਸ ਨੇ ਅਕਾਲ ਪੁਰਖ ਨੂੰ ਜਾਣ ਲਿਆ, ਤੇ ਸਤਿਗੁਰੂ ਹਮੇਸ਼ਾ ਨਿਸ਼ਕਾਮ ਹੁੰਦੇ ਨੇ। ਕਦੀ ਵੀ ਡੇਰਾ ਜਾਂ ਜੱਥਾ ਨਹੀਂ ਬਣਾਉਣਗੇ। ਉਹਨਾਂ ਦਾ ਕੰਮ ਹੁੰਦਾ ਥਾਂ ਥਾਂ ਚੱਲ ਕੇ। ਦੇਖੋ ਗੁਰੂ ਨਾਨਕ ਦੇਵ ਜੀ ਮੱਕੇ ਗਏ, ਮਦੀਨੇ ਗਏ, ਨੇਪਾਲ ਗਏ, ਚਾਈਨਾ ਗਏ, ਕਿੱਥੇ ਕਿੱਥੇ ਜਾ ਕੇ 29 ਸਾਲ ਉਹਨਾਂ ਨੇ 5 ਫੇਰੀਆਂ ਕੀਤੀਆਂ। ਮਿਸ਼ਨਰੀ ਟ੍ਰਿਪ ਜਿਹੜੇ ਕੀਤੇ, ਉਹਨਾਂ ਨੇ ਕੋਈ ਡੇਰਾ ਤਾਂ ਨਹੀਂ ਚਲਾਇਆ, ਕੋਈ ਉਹਨਾਂ ਨੇ ਪੈਸਾ ਤਾਂ ਨਹੀਂ ਇਕੱਠਾ ਕੀਤਾ ਵੀ ਲੋਕਾਂ ਦੇ ਪੈਸੇ ਇਕੱਠੇ ਕਰ ਕਰਕੇ ਮੈਂ ਇੱਥੇ ਬਹੁਤ ਵੱਡਾ ਡੇਰਾ ਬਣਾ ਦਿਆਂ। ਨਹੀਂ, ਮਹਾਰਾਜ ਦਾ ਜਿਹੜਾ ਸੁਪਨਾ ਸੀ ਉਹ ਸੀ ਵੀ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਮੈਂ ਹਰ ਇੱਕ ਘਰ ਨੂੰ ਇੱਕ ਡੇਰਾ ਬਣਾਉਣਾ ਚਾਹੁੰਦਾ। ਮੇਰਾ ਹਰ ਸਿੱਖ ਆਪਣੇ ਘਰ ਦੇ ਵਿੱਚ ਇੱਕ ਡੇਰਾ ਬਣਾ ਦੇ, ਧਰਮਸਾਲ ਬਣਾ ਦੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਸ਼ਨ ਸੀ। ਸਾਧ ਸੰਗਤ ਜੀ, ਪ੍ਰਵਾਨਗੀ ਵੀ ਤਾਂ ਹੀ ਆ। ਇੱਕ ਇਤਿਹਾਸ ਦੇ ਵਿੱਚ ਅਸੀਂ ਝਾਂਤ ਮਾਰੀਏ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਤੇ ਇੱਕ ਜੋਗੀ ਹੁੰਦਾ ਸੀ। ਉਹ ਸਾਰੇ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕੋਈ ਗੁਰੂ ਨਹੀਂ ਆ, ਇਹਦੇ ਮਗਰ ਨਾ ਲੱਗੋ, ਇਹਨੇ ਤੇ ਆਪਣਾ ਵਿਆਹ ਕਰਾਇਆ, ਇਹ ਤੇ ਗ੍ਰਸਤੀ ਆ, ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਉਹ ਲੋਕਾਂ ਨੂੰ ਆਪਣੇ ਮਗਰ ਲਾਂਦਾ ਸੀ। ਲੋਕ ਵੀ ਮੂਰਖ ਸੀ, ਸੁੱਤੇ ਪਏ ਸੀ। ਮਾਇਆ ਧਾਰੀ ਅਤ ਅੰਨਾ ਬੋਲਾ। ਜਿਹੜਾ ਮਾਇਆ ਧਾਰੀ ਹੁੰਦਾ ਨਾ, ਉਹਨੂੰ ਕੁਝ ਦਿਸਦਾ ਨਹੀਂ ਤੇ ਬੋਲਾ ਹੁੰਦਾ। ਉਹਨੂੰ ਸੱਚੇ ਬੋਲ ਵੀ ਚੰਗੇ ਨਹੀਂ ਲੱਗਦੇ ਤੇ ਸੁਣਦੇ ਵੀ ਨਹੀਂ। ਸ਼ਬਦ ਨਾ ਸੁਣੀ ਬੋ ਰੋਲ ਘਚੋਲਾ। ਅੰਦਰ ਇੰਨਾ ਰੋਲਾ ਘਚੋਲਾ ਹੁੰਦਾ, ਮਾਇਆ ਦਾ ਇੰਨਾ ਮੋਹ ਹੁੰਦਾ,
ਉਹਨੂੰ ਸੱਚੀ ਬਾਣੀ ਵੀ ਨਹੀਂ ਸੁਣਦੀ। ਸੁਣਦੀ ਆ ਕੰਨਾਂ ਨਾਲ, ਇੱਕ ਕੰਨ ਚੋਂ ਸੁਣੀ, ਦੂਜੇ ਕੰਨ ਚੋਂ ਕੱਢਦੀ। ਬਹੁਤ ਲੋਕੀ ਉਹ ਜੋਗੀ ਦੇ ਮਗਰ ਪੈ ਗਏ। ਹੁਣ ਸਾਧ ਸੰਗਤ ਜੀ, ਜਿੰਨਾ ਪਾਪ ਕਿਸੇ ਨੂੰ ਆਪਣੇ ਪਿੱਛੇ ਲਾਣਾ, ਓਨਾ ਪਾਪ ਹੈ ਕਿਸੇ ਮੂਰਖ ਦੇ ਮਗਰ ਲੱਗਣਾ। ਹੁਣ ਜੋਗੀ ਨੇ ਆਪਣੀ ਪੂਜਾ ਕਰਾਈ। ਸਾਧ ਸੰਗਤ ਜੀ, ਅੰਤਲੇ ਸਮੇਂ ਦੇ ਵਿੱਚ ਜੋਗੀ ਨੂੰ ਅਹਿਸਾਸ ਹੋਇਆ ਵੀ ਜੋ ਉਹਨੇ ਕੰਮ ਕੀਤਾ ਉਹ ਗਲਤ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਰਨ ਚ ਆਇਆ, ਮਹਾਰਾਜ ਬਖਸ਼ ਦਿਓ। ਮਹਾਰਾਜ ਨੇ ਕਿਹਾ ਆਪਣੇ ਕਰਮਾਂ ਦਾ ਫਲ ਤੂੰ ਭੋਗਣਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਤੂੰ ਖਿਮਾ ਮੰਗੀ ਆ ਤੇ 6ਵੇਂ ਜਾਮੇ ਦੇ ਵਿੱਚ ਤੇਰੀ ਮੁਕਤੀ ਕਰਾਂਗੇ। ਸਾਧ ਸੰਗਤ ਜੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਸਿੱਖਾਂ ਦੇ ਨਾਲ ਜਾ ਰਹੇ ਨੇ, ਆਪਣੀ ਮੌਜ ਦੇ ਵਿੱਚ ਨੇ। ਇੱਕ ਬਹੁਤ ਵੱਡਾ ਅਜਗਰ ਸੱਪ ਉੱਥੇ ਰੁਲਦਾ ਫਿਰਦਾ ਸੀ, ਉਹਦੇ ਸਰੀਰ ਦੇ ਵਿੱਚ ਕੀੜੇ ਪਏ ਸੀ ਤੇ ਮਹਾਰਾਜ ਦੇ ਪੈਰਾਂ ਦੇ ਵਿੱਚ ਆ ਕੇ, ਚਰਨਾਂ ਦੇ ਵਿੱਚ ਆ ਕੇ ਉਹ ਆ ਕੇ ਬਹਿ ਗਿਆ। ਸਿੱਖ ਕਹਿਣ ਲੱਗ ਪਏ, ਮਹਾਰਾਜ ਇਹ ਸੱਪ ਕੌਣ ਆ? ਅਜਗਰ ਸੱਪ। ਮਹਾਰਾਜ ਨੇ ਕਿਹਾ ਇਹਨੂੰ ਪੁੱਛੋ। ਫਿਰ ਉਹਨੇ ਆਪਣਾ ਹਾਲ ਦੱਸਿਆ ਵੀ ਮੈਂ ਸਤਿਗੁਰੂ ਦੇ ਹੁਕਮ ਦੇ ਉਲਟ ਚੱਲ ਕੇ ਲੋਕਾਂ ਨੂੰ ਆਪਣੇ ਮਗਰ ਲਾਇਆ। ਉਹ ਭਾਈ ਇਹ ਕੀੜੇ ਕੌਣ ਨੇ ਤੇਰੇ ਵਿੱਚ? ਉਹ ਕਹਿੰਦੇ ਕੀੜੇ ਉਹ ਨੇ ਜਿਹੜੇ ਮੇਰੇ ਮਗਰ ਲੱਗੇ ਸੀ। ਮੈਂ ਇਹਨਾਂ ਦਾ ਖੂਨ ਚੂਸਿਆ ਤੇ ਹੁਣ ਇਹ ਮੇਰਾ ਖੂਨ ਚੂਸਦੇ ਆ। ਸਾਧ ਸੰਗਤ ਜੀ, ਸਾਨੂੰ ਬਹੁਤ ਸਾਵਧਾਨ ਰਹਿਣਾ ਪਏਗਾ ਅੱਜ ਦੇ ਸਮੇਂ ਦੇ ਵਿੱਚ। ਕੋਈ ਵੀ ਆਂਦਾ ਕਹਿੰਦਾ ਵੀ ਹੱਥ ਦਿਖਾਓ, ਤੁਹਾਨੂੰ ਮੈਂ ਆਪਣਾ ਭਵਿੱਖ ਦੱਸਦਾ। ਕੋਈ ਤੁਹਾਨੂੰ ਕੋਈ ਬਿਮਾਰੀ ਹੋਏ, ਕੋਈ ਮਨ ਦੀ ਇੱਛਾ ਪੂਰੀ ਕਰਨੀ ਹੋਏ, ਮੈਂ ਕਰ ਦਿਆਂਗਾ। ਜੇ ਅਸੀਂ ਉਹਦੇ ਮਗਰ ਲੱਗ ਜਾਈਏ, ਅਸੀਂ ਵੀ ਇੱਕ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕੁਚੋਲਾ। ਮਹਾਰਾਜ ਕਿਰਪਾ ਕਰਨ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹੋਮੇ ਕਰਮ ਕਮਾਏ। ਜਦੋਂ ਅਸੀਂ ਸਤਿਗੁਰ ਦਾ ਹੁਕਮ ਨਹੀਂ ਮੰਨਦੇ, ਹੁਣ ਕਈ ਰਹਿਤ ਮਰਿਆਦਾ ਨੂੰ ਕਿੰਤੂ ਪਰੰਤੂ ਕਰਦੇ ਆ। ਭਾਈ ਗੁਰੂ ਦੀ ਸ਼ਰਨ ਚ ਆ ਜਾਓ, ਛੱਡ ਦਿਓ ਕਿੰਤੂ ਪਰੰਤੂ, ਕਿਉਂਕਿ ਜੋ ਗੁਰੂ ਚਾਹੁੰਦਾ ਉਹ ਸਾਡੇ ਭਲੇ ਵਾਸਤੇ ਚਾਹੁੰਦਾ। ਗੁਰੂ ਨਹੀਂ ਚਾਹੁੰਦਾ ਵੀ ਮੇਰਾ ਸਿੱਖ ਜਨਮਾਂ ਦੇ ਵਿੱਚ, ਜੂਨਾਂ ਦੇ ਵਿੱਚ ਭਟਕਦਾ ਰਹੇ। ਸਤਿਗੁਰੂ ਚਾਹੁੰਦਾ ਵੀ ਮੇਰਾ ਸਿੱਖ ਅਮਰ ਹੋ ਜਾਏ, ਅਕਾਲ ਹੋ ਜਾਏ, ਜੀਵਨ ਮਰਨ ਦੇ ਗੇੜ ਤੋਂ ਬਾਹਰ ਨਿਕਲ ਜਾਏ। ਹੁਣ ਇੱਕ ਜਿਹੜਾ ਸਵਾਲ ਉੱਠਦਾ ਵੀ ਜਿਹੜੀ ਸਤਿਗੁਰੂ ਨੇ ਰਹਿਤ ਮਰਿਆਦਾ ਬਖਸ਼ੀ ਆ, ਉਹ ਸਾਨੂੰ ਦੁੱਖ ਦੇਣ ਵਾਸਤੇ ਬਖਸ਼ੀ ਆ। ਜਦੋਂ ਮੈਂ ਇਸ ਰਹਿਤ ਮਰਿਆਦਾ ਦੇ ਦੇਖਦਾ, ਸਾਰਾ ਜਗਤ ਰਹਿਤ ਮਰਿਆਦਾ ਤੋਂ ਉਲਟ ਚੱਲਦਾ ਤੇ ਅੱਜ ਦੁਖੀ ਆ। ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਗੌਰਮੈਂਟ ਨੇ ਹੁਣ ਇੰਨਾ ਵੀ ਕਹਿਤਾ, ਜਿਹੜੇ ਬੰਦੇ ਸਿਗਰਟਾਂ ਤੇ ਸ਼ਰਾਬ ਪੀਂਦੇ ਆ ਉਹਨਾਂ ਦਾ ਹੁਣ ਅਸੀਂ ਇਲਾਜ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਆਪਣਾ ਕਸੂਰ ਆ। ਸ਼ਬਦ ਨਹੀਂ ਸੁਣਦੇ, ਗੁਰੂ ਦੀ ਗੱਲ ਨਹੀਂ ਸੁਣਦੇ। ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਜੇ ਗੌਰਮੈਂਟ ਕਹਿ ਸਕਦੀ ਆ, ਉਹੀ ਬਚਨ, ਉਹੀ ਸਿਧਾਂਤ ਸਤਿਗੁਰਾਂ ਨੇ 500 ਸਾਲ ਪਹਿਲੇ ਸਾਨੂੰ ਬਖਸ਼ਿਆ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ। ਭਾਈ ਜੇ ਵਾਹਿਗੁਰੂ ਨੂੰ ਨਹੀਂ ਚੇਤਾ ਕਰੋਗੇ, ਬੀੜੀਆਂ ਪੀਂਦੇ ਫਿਰੋਗੇ, ਸ਼ਰਾਬਾਂ ਪੀਂਦੇ ਫਿਰੋਗੇ, ਅਖੀਰ ਦੇ ਵਿੱਚ ਜਮਾਂ ਦੇ ਵਸ ਪੈਣਾ ਪਏਗਾ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਮਹਾਰਾਜ ਫਰਮਾਉਂਦੇ ਹਨ, ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ, ਬਿਨ ਸਤਿਗੁਰ ਸੇਵੇ ਠੋਰ ਨਾ ਪਾਵੇ। ਠੋਰ ਮੈਨੇ ਹੁੰਦੀ ਹੈ ਆਰਾਮ ਕਰਨ ਦੀ ਜਗ੍ਹਾ। ਜੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਤੇ ਕਦੀ ਵੀ ਆਰਾਮ ਨਹੀਂ ਮਿਲਣਾ। ਮਰ ਜੰਮੈ ਆਵੈ ਜਾਏ, ਮਰਨਾ ਫਿਰ ਜੀਣਾ, ਫਿਰ ਜਨਮ, ਫਿਰ ਮਰਨ, ਆਉਣ ਜਾਣ ਦਾ ਗੇੜ ਬਣਿਆ ਹੀ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਮਾਹੇ। ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ, ਉਹਨਾਂ ਦੇ ਬੋਲਾਂ ਦੇ ਵਿੱਚ ਕੋੜਾਪਨ ਹੁੰਦਾ। ਸਾਧ ਸੰਗਤ ਜੀ, ਕਈ ਵਾਰੀ ਦੇਖਣ ਚ ਆਇਆ, ਕਿੰਨੇ ਕਿੰਨੇ ਸਾਲ ਗੁਰਦੁਆਰੇ ਪਿਆਰੇ ਆਉਂਦੇ ਆ, ਪਰ ਬੋਲਾਂ ਦੇ ਵਿੱਚ ਕੋੜਾਪਨ ਹੁੰਦਾ, ਕਿਉਂਕਿ ਜਿਹੜਾ ਹਿਰਦਾ
ਉਹ ਅੰਦਰ ਸ਼ਬਦ ਦੇ ਨਾਲ ਨਹੀਂ ਜੁੜਿਆ। ਜਦੋਂ ਸ਼ਬਦ ਦੇ ਨਾਲ ਜੁੜੇਗਾ, ਅੰਦਰ ਗਿਆਨ ਹੋਏਗਾ, ਸੱਚਾ ਗਿਆਨ ਹੋਏਗਾ, ਬ੍ਰਹਮ ਗਿਆਨ ਹੋਏਗਾ, ਤੇ ਓਨਾ ਹੀ ਹਿਰਦਾ ਚੁੱਪਚਾਪ ਹੋ ਜਾਏਗਾ, ਬੋਲਾਂ ਦੇ ਵਿੱਚ ਮਿਠਾਸ ਆਏਗੀ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਉਹ ਜਿਹੜੇ ਸੱਜਣ ਪੁਰਸ਼ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਹਨ, ਉਹ ਮਿੱਠਾ ਬੋਲਦੇ ਨੇ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਆਂ, ਮੂੰਹ ਕਾਲੇ ਉੱਠ ਜਾਏ। ਜਿਹੜਾ ਕੌਨਸੀਕੁਐਂਸਿਸ, ਰਿਜ਼ਲਟ, ਜਿਹੜੇ ਸਤਿਗੁਰ ਦੀ ਸੇਵਾ ਨਹੀਂ ਕਰਦੇ, ਬਹੁਤ ਮਾੜਾ। ਉਹਨਾਂ ਨੂੰ ਜੰਮ ਦੀ ਨਗਰੀ ਦੇ ਵਿੱਚ ਲਿਜਾ ਕੇ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਣਗੇ। ਸਾਧ ਸੰਗਤ ਜੀ, ਇਸ ਤਰ੍ਹਾਂ ਅਸੀਂ ਕਿਉਂ ਆਪਣੇ ਮੂੰਹ ਕਾਲੇ ਕਰਾਈਏ? ਹੁਣੇ ਹੀ ਸਤਿਗੁਰ ਦੀ ਗੱਲ ਮੰਨ ਲਈਏ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਸਤਿਗੁਰ ਦੇ ਭਾਣੇ 'ਚ ਆ ਜਾਓ ਬਈ, ਸਤਿਗੁਰੂ ਦਾ ਹੁਕਮ ਮੰਨੋ। ਤੇ ਮਹਾਰਾਜ ਨੇ ਕਿਹਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤੇ ਕਿੰਨਿਆਂ ਦੀ ਨਾਲ ਜਿਹੜੇ ਪਰਿਵਾਰ, ਦੋਸਤ, ਮਿੱਤਰ, ਸਾਰਿਆਂ ਦੀ ਛੁੱਟੀ ਹੋ ਜਾਏਗੀ। ਛੁੱਟੀ ਭਾਵ ਉਹ ਵੀ ਮਾਇਆ ਤੇ ਬੰਧਨਾਂ ਤੋਂ ਬਚ ਜਾਣਗੇ। ਸੋ ਸਾਧ ਸੰਗਤ ਜੀ, ਕੁਝ ਸਮਾਂ ਅਸੀਂ ਅੰਗਰੇਜ਼ੀ ਦੇ ਵਿੱਚ ਵਿਚਾਰ ਕਰਨਾ ਹੈ। ਦਾਸ ਖਿਮਾਤਾ ਜਾਚਕ ਹੈ। Today's Hukamnama is a blessing from Sachkhand Shri Harmandir Sahib in Rag Vadhans. Rag Vadhans provides the quiet mood, quietens the mind. A sense of the Hukamnama places the faith in the Satguru. Dhan Dhan Guru Amar Das Ji Maharaj, the third Guru Nanak Dev Ji, reveals in the Hukamnama that without serving the true Guru, the mind gets entangled in the materialistic thoughts, in the materialistic bonds. Bin Satgur Seve, ji ke bandhana. Ji means soul or mind. Bandhan means bonds. Without serving the true Guru, the mind is engrossed in the materialistic thoughts and goes to sleep. Although body remains awake, but mind is asleep. Our mind is not asleep from this life. It is sleeping from many, many lives. Guru Maharaj reveals, Gur pure ki charni lag, janam janam ka soya jag. Come and surrender yourself at Guru's feet. The mind that is sleeping from many, many lives will awaken itself. Bin Satgur Seve ji ke bandhana, which home karm kamaye. And if one doesn't serve the Satguru, doesn't remain in Satguru's hukam, every deed that person will do, every action that person will do, will be in ego. And people say, I'm not acting in ego. But apologies, your mind is sleeping, you don't know. Subconsciously, you are thinking of your wealth, you are proud of your wealth. Subconsciously, you are proud of your caste. Subconsciously, you are proud of your job. Subconsciously, you are proud of your body, your beauty. Every action, every thought which is done without Guru's wisdom is done in ego. Bin Satgur Seva Thor na pavi. Now Guru Maharaj reveals, if there is ego, the mind will not rest in peace. Mind will be disturbed. Thor means the place of rest. Not only in this life, Guru Maharaj reveals next life. People think there is no next life. But Guru Maharaj reveals, not only you are going to ruin your this life, but mar jamme aave jaye. When you die, you will have to be reborn. Mar, to die. Jamme means you have to be reborn.
if you act in ego, if you don't follow Guru's teaching. बिन सतगुर सेवे फिक्का बोलना, नाम ना वसै मने आए. Without serving the true Guru, there is an indication. The person who doesn't follow the Satguru, that person will always talk insipid, fikka, dry, in ego. It will be bitter. मोह काले उठ जाए, नाम ना वसे मने आए. Vaheguru's naam, Vaheguru's presence is not experienced. Vaheguru's naam is already there in our mind, but to experience Vaheguru's naam, we need the wisdom. We need to have a discipline in life. And Satguru has given us that discipline in the term of Rahat Maryada, code of conduct. Who is Satguru? Because a lot of people are following the Deras nowadays. A lot of people are following the holy people. He is my saint. O mera santa. O mera sadhu. O mera baba. Who is the Satguru? We need to identify. Guru Maharaj gives the definition of Satguru in Gurbani. Sat Purakh jin janaya, Satguru tiska nao, tiska sang sikh udre, Nanak har gun gao. Satguru is a person who has realized the Sat Purakh, the true Lord, means Vaheguru, who has complete knowledge of Vaheguru, which means that person has Brahm Gyan, the true Gyan. Now, what does Satguru do? Satguru will never form a dera or group. That's the nishani of Satguru. Satguru will never have people following him. A sant, a true sant, will never have people following him. He is always selfless. Tiske sang sikh udra. The Gursikhs go in the company of the sant, the Satguru. What do? Nanak har gun gao. They sing praises of Akal Purakh Vaheguru. So Guru, the Satguru, always connects people to Almighty Vaheguru. A person who is asking for money, person who is selfish, can never be a sant, can never be a sadh. Because a true sant, Vaheguru blesses that sant with resources and money to help other people. I'll give you the example of Tan Guru Nanak Dev Ji Maharaj. Guru Nanak Dev Ji Maharaj, he did 5 missionary trips, referred to as Udasiyan. For 29 years, he never went to anyone and asked for money. Wherever he went, people loved his speech. People loved his presence. They offered help. Because Vaheguru is in everyone. The purpose of Sat Sangat, purpose of Sant is to have the Gyan. That's all. We don't have to have pictures of Sant Babe in our rooms or bedrooms. That is sinful. Because what we are doing is conditioning our mind to the physical objects. And Guru Gobind Singh Ji has revealed in the Bani, Jo humko Parmeshwar uchra, te sab narak kund mein par hai. Those who believe that I'm Parmeshwar, I'm God, they will all go to hell. What was the purpose? Purpose was to get Sikhs away from worshipping or believing in physical objects. In fact, this is very tricky. Vaheguru is in every physical object. There is a very fine line. Now we have to see Vaheguru in everyone, but we don't have to faith in physical objects. That's the difference. Vaheguru helps us through different people. When we pray to Vaheguru, some Gurmukh Pyara will come, someone will come and help you. But the key is, we don't have faith in people, we have faith in Vaheguru.
That's the key thing. In Dhan Guru Nanak Dev Ji Maharaj's time, there was a yogi. He used to get people to follow him. He used to get money off them. He opened his own dera. He used to tell them that there is no point in going to Guru Nanak Dev Ji Maharaj because Guru Nanak Dev Ji Maharaj is married man. He's a family man. And family man can't be spiritual. That was the belief in those times. People started going to this yogi. This yogi developed disease. At the end time, he realized that he was making mistake. He went to Dhan Guru Nanak Dev Ji Maharaj and apologized, asked for apology. Guru Nanak Dev Ji said, Bhai, whatever you have done, you have made people to follow you, not Vaheguru. You have to suffer the consequences. Karmi apo apni ke nede ke dur, you have to reap the fruit of your bad karmas, your sin. And those people who have been following you, they have to suffer the consequences of their bad karma. Guru Maharaj reveals in today's Bani, today's Hukamnama, je duje paso mangiya, ta laaj baraiya. You should be ashamed of yourself if you are going to someone else besides Vaheguru to get worldly objects. Har ekko data seviya. You always serve the only one Guru, one giver. Sabna jiyan ka ek data, so main visarna jai. When this saint, this yogi, he asked for forgiveness, Guru Nanak Dev Ji said, I'm going to help you, liberate you in my sixth form as Dhan Guru Hargobind Sahib Maharaj. Sat Sangat Ji, Dhan Guru Hargobind Sahib Maharaj, he was walking along with the Gursikhs when he saw this big snake. And Guru Hargobind Sahib exactly knew who he was. This yogi has become snake. The evidence is in the Gurbani. Santan ke dukhan sarap jon paaye. Those who criticize the Guru, those who criticize the Gurbani, they go in the life of a snake. Dhan Guru Hargobind Sahib Maharaj asked the snake, you tell all the Gursikhs, because they are very confused who you are. You tell who you are. And the snake spoke and said, I used to compete with Guru Nanak Dev Ji Maharaj. I used to do nindya of the Gurbani. As a consequence, I have become snake. So who are these insects within your body? And that yogi replied, these are the people who used to follow me. Because they were blind. They used to follow me. They forgot Vaheguru. Sabna jiyan ka ek data, so main visarna jai. They forgot that Vaheguru and they have become insect. I sucked their blood. Now they are sucking my blood. Sat Sangat Ji, these are the consequences. So Guru Maharaj reveals, har ekko data sevi hai, har ek tyai hai, har ekko data mangi hai, man chindya pai hai. If you go to the one giver, Akal Purakh Vaheguru, formless God, then you will get all your desires fulfilled. Man chindya paiya. Man chindya means whatever you have in your heart, your mind, you will obtain it. Jin sevya tin phal paya, tis jan ki sab bhukh gwaiya. You will not have any hunger or desire left. You will feel fulfilled. Nanak tin vitton varya, jin andin hirday har naam tyaiye. Guru Nanak Dev Ji says, I'm sacrificed to such Gurmukhs. Those who come to Guru, Satguru and follow Satguru's hukam. May Satguru keep all of you in Chardi Kala. Always do Gurbani Vichar. Take out 5 minutes from your daily routine to study Guru's message. More you study, more you will get addicted. More you get addicted, you will develop love for the Satguru, love for the Creator, and you will be able to become one with the Creator. Pullan chukan di maafi. प्यार ना फतेह सांझी करनी जी वाहिगुरु जी का खालसा वाहिगुरु जी की फतेह।